ਕਰਦੇ ਹਾਂ। ਉਸ ਦੋ ਜਹਾਨ ਦੇ ਪਾਲਣਹਾਰ ਦਾ ਨਾਮ ਲੈ ਕੇ ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦਾ ਸਤਸੰਗ ਅਸੀਂ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਅੱਜ ਅਸੀਂ ਇਸ ਪਰਿਵਾਰ ਨੂੰ, ਜਿਸ ਪਰਿਵਾਰ ਦੀ ਵਜ੍ਹਾ ਦੇ ਨਾਲ ਸਾਨੂੰ ਸਾਰਿਆਂ ਨੂੰ ਅੱਜ ਇਸ ਸਤਸੰਗ ਦਾ ਆਨੰਦ ਲੈਣ ਦਾ ਮੌਕਾ ਮਿਲਿਆ ਹੈ, ਇਸ ਸਤਸੰਗ 'ਚ ਬੈਠਣ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਨੇ ਇੰਨਾ ਸੁੰਦਰ ਇੰਤਜ਼ਾਮ ਕੀਤਾ ਹੈ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੀ ਤਰਫੋਂ ਆਈ ਹੋਈ ਸਾਰੀ ਸੰਗਤ ਦੀ ਤਰਫੋਂ ਇਹ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਦੇਵਾਂਗੇ। ਔਰ ਜਿੱਦਾਂ ਦੱਸਿਆ, ਤੁਸੀਂ ਦੇਖਿਆ ਕਿ ਰਿੰਕੂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਵੀ ਕੱਟਿਆ ਗਿਆ ਹੈ। ਜਨਮ ਦਿਨ ਤਾਂ ਇਹਦਾ ਕੱਲ੍ਹ ਹੈ, ਯਾਨੀ 7 ਤਰੀਕ। ਸੋ ਟਾਈਮ ਤਾਂ ਕੱਲ੍ਹ ਦਾ ਹੀ ਦੇਣਾ ਸੀ, ਪਰ ਤੁਹਾਨੂੰ ਪਤਾ ਕਿ 8 ਤਰੀਕ ਦੀ 11ਵੀਂ ਰੋਜ਼ ਹੈ ਔਰ 7 ਤਰੀਕ ਨੂੰ ਫਿਰ ਜੀਵਾਂ ਨੂੰ ਨਾਮਦਾਨ ਦਿੱਤੇ ਜਾਂਦੇ ਹੈ, ਨਾਮ ਨਾਲ ਜੋੜਿਆ ਜਾਂਦਾ ਹੈ। ਇਸ ਲਈ ਫਿਰ ਜਦੋਂ ਇਹਨਾਂ ਨੇ ਬੇਨਤੀ ਕੀਤੀ ਤਾਂ ਫਿਰ ਇਹਨਾਂ ਨੂੰ 6 ਤਰੀਕ ਯਾਨੀ ਅੱਜ ਦਾ ਟਾਈਮ ਸਤਸੰਗ ਦਾ ਮਿਲਿਆ, ਪਰ ਜਨਮ ਦਿਨ ਇਹਦਾ ਕੱਲ੍ਹ ਨੂੰ ਹੈ। ਇਸ ਲਈ ਸਤਸੰਗ ਦੀ ਤਾਂ ਵਧਾਈ ਹੈ ਹੀ, ਉਸ ਦੇ ਨਾਲ ਨਾਲ ਸਾਡੇ ਵੱਲੋਂ ਔਰ ਸਾਰੀ ਸੰਗਤ ਦੀ ਤਰਫੋਂ ਰਿੰਕੂ ਤੈਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਕਿਉਂਕਿ ਅੱਜ ਸਮਝ ਲਓ ਕਿ ਮਾਲਕਾਂ ਦੀ ਕਿਰਪਾ ਦੇ ਨਾਲ 2-3 ਕੁਛ ਖੁਸ਼ੀਆਂ ਇਕੱਠੀਆਂ ਹੀ ਹੈ, ਜਿਸ ਦੀ ਖੁਸ਼ੀ ਵਿੱਚ ਇਹ ਸਤਸੰਗ ਹੋ ਰਿਹਾ ਹੈ। ਸੋ ਰਿੰਕੂ ਦਾ ਜਨਮ ਦਿਨ ਵੀ ਹੈ ਔਰ ਮਾਲਕਾਂ ਨੇ ਬਹੁਤ ਰਹਿਮਤ ਕੀਤੀ ਹੈ। ਇੱਕ ਰਿੰਕੂ ਦੀ ਬੇਟੀ ਤੇ, ਕਿੱਥੇ ਜਰਾ ਖੜ ਜਾਣਾ ਉੱਠ ਕੇ, ਇਸ ਬੱਚੀ ਤੇ ਇਹਨਾਂ ਨੇ ਬੇਨਤੀ ਕੀਤੀ ਸੀ ਤਾਂ ਮਾਲਕ ਦੀ ਰਹਿਮਤ ਨਾਲ ਇਹਦਾ ਵੀਜ਼ਾ ਲੱਗਿਆ ਹੈ ਕੈਨੇਡਾ ਦਾ ਔਰ 9 ਤਰੀਕ ਨੂੰ ਬਾਹਰ ਵੀ ਜਾਣਾ ਹੈ। ਇਸ ਲਈ ਇਹਦੀ ਵੀ ਇੱਕ ਨਾ ਬੜੀ ਇੱਛਾ ਸੀ ਕਿ ਬਾਹਰ ਜਾਣ ਤੋਂ ਪਹਿਲਾਂ ਮੈਂ ਸਤਸੰਗ ਘਰ 'ਚ ਜ਼ਰੂਰ ਕਰਵਾਉਣਾ ਹੈ। ਇਸ ਲਈ ਦੇਖੋ ਮਾਲਕਾਂ ਨੇ ਤੇ ਰਹਿਮਤ ਕੀਤੀ, ਇਹਦਾ ਬਾਹਰਲਾ ਕੰਮ ਵੀ ਬਣਿਆ, ਉੱਧਰੋਂ ਰਿੰਕੂ ਦਾ ਜਨਮ ਦਿਨ ਵੀ ਹੈ ਔਰ ਇਹ ਸਤਸੰਗ ਯਾਨੀ 3 ਖੁਸ਼ੀਆਂ ਦਾ ਆਨੰਦ ਲੈਣ ਵਾਸਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ। ਔਰ ਫਿਰ ਇਹ ਵੀ ਕਹਿਣਾ ਚਾਹਾਂਗੇ ਕਿ ਇਹਨਾਂ ਦੀ ਇੱਕੋ ਹੀ ਸੀ ਕਿ ਮਾਲਕੋ ਅਸੀਂ ਸ਼ੁਕਰਾਨੇ ਦਾ ਸਤਸੰਗ ਕਰਵਾਉਣਾ ਹੈ, ਕਿ ਸ਼ੁਕਰਾਨਾ ਕਰਨਾ ਆਪਣੇ ਮਾਲਿਕ ਦਾ ਕਿ ਮਾਲਕਾਂ ਨੇ ਬੱਚੀ ਤੇ ਰਹਿਮਤ ਕੀਤੀ ਹੈ, ਜਾਂ ਮਾਲਿਕ ਦੀ ਕਿਰਪਾ ਨਾਲ ਕਿੱਥੇ ਸੀ ਅਸੀਂ, ਯਾਨੀ ਜਿੱਦਾਂ ਕਹਾਵਤ ਹੈ ਨਾ, ਕੱਖਾਂ ਤੋਂ ਲੱਖਾਂ ਤੱਕ ਲੈ ਆਂਦਾ, ਕਿ ਕਿੱਥੇ ਸੀ ਅਸੀਂ ਔਰ ਅੱਜ ਸਾਡੇ ਮਾਲਕਾਂ ਨੇ ਸਾਨੂੰ ਕਿੱਥੇ ਬਿਠਾਇਆ ਹੈ। ਔਰ ਇੱਕ ਗੱਲ ਹੋਰ ਕਹਾਂਗੇ ਕਿ ਜੇ ਇੱਦਾਂ ਹੀ ਪਿਆਰ ਵਿਸ਼ਵਾਸ ਰੱਖੋਗੇ ਤਾਂ ਹਾਲੇ ਤਾਂ ਬਹੁਤ ਅੱਗੇ ਲੈ ਕੇ ਜਾਣਾ ਹੈ। ਇਹ ਤਾਂ ਕੁਝ ਵੀ ਹੈ ਨਹੀਂ ਉਹਦੇ ਸਾਹਮਣੇ, ਕਿਉਂਕਿ ਜਿੱਡੀ ਕਿ ਉਹਦੀ ਰਹਿਮਤ ਹੈ ਨਾ, ਅਗਰ ਉਹ ਦੇਖਿਆ ਜਾਵੇ ਤਾਂ ਜਿੱਦਾਂ ਹਮੇਸ਼ਾ ਦੱਸਿਆ ਜਾਂਦਾ ਹੈ ਕਿ ਇਨਸਾਨ ਉੱਥੇ ਤੱਕ ਸੋਚ ਵੀ ਨਹੀਂ ਸਕਦਾ ਜਿੱਥੇ ਸਾਡੇ ਮਾਲਿਕ ਸਾਨੂੰ ਲਿਜਾ ਕੇ ਖੜਾ ਕਰ ਦਿੰਦੇ ਹੈ। ਇਸ ਲਈ ਅਗਰ ਇਨਸਾਨ ਆਪਣੇ ਅੰਦਰ ਇੱਕ ਵਿਸ਼ਵਾਸ, ਇੱਕ ਯਕੀਨ ਰੱਖੇ ਤਾਂ ਇਹਨਾਂ ਦੀ ਸਿਚੁਏਸ਼ਨ ਨੂੰ ਦੇਖਦੇ ਨਾ ਸਾਨੂੰ ਇੱਕ ਬੜਾ ਪਿਆਰਾ ਕਿੱਸਾ ਯਾਦ ਆ ਗਿਆ ਹਜ਼ਰਤ ਨਿਜ਼ਾਮੁਦੀਨ ਔਲੀਆ ਔਰ ਅਮੀਰ ਖੁਸਰੋ ਦਾ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਨਿਜ਼ਾਮੁਦੀਨ ਔਲੀਆ ਜਿਨ੍ਹਾਂ ਨੂੰ ਮਹਿਬੂਬੇ ਇਲਾਹੀ ਕਿਹਾ ਜਾਂਦਾ ਸੀ, ਔਰ ਹਜ਼ਰਤ ਅਮੀਰ ਖੁਸਰੋ ਜਿਹੜੇ ਆਪਣੇ ਮੁਰਸ਼ਿਦ ਨਾਲ ਇੰਨਾ ਇਸ਼ਕ ਕਰਦੇ ਸੀ, ਇੰਨੀ ਮੁਹੱਬਤ ਕਰਦੇ ਸੀ ਕਿ ਆਪਣੇ ਮੁਰਸ਼ਿਦ ਦੀ ਇੱਕ ਜੁੱਤੀ ਦੀ ਖਾਤਰ ਉਹਨਾਂ ਨੇ ਆਪਣੇ 80 ਊਂਠ ਜੋ ਕਿ ਧਨ ਦੌਲਤ ਨਾਲ ਲੱਦੇ ਹੋਏ ਸੀ ਉਹ ਉਸ ਭਿਖਾਰੀ ਨੂੰ ਦੇ ਦਿੱਤੇ ਜਿਹਦੇ ਕੋਲ ਮੁਰਸ਼ਿਦ ਦੀ ਜੁੱਤੀ ਸੀ। ਇਹ ਕਿੱਸਾ ਕਈ ਵਾਰ ਸਤਸੰਗ 'ਚ ਦੱਸਿਆ ਹੈ, ਪਰ ਇੱਥੇ ਕਿੱਸਾ ਯਾਦ ਆ ਰਿਹਾ ਸਾਨੂੰ ਉਹਨਾਂ ਦਾ ਇੱਕ ਬੜਾ ਪਿਆਰਾ। ਇੱਕ ਦਿਨ ਹਜ਼ਰਤ ਨਿਜ਼ਾਮੁਦੀਨ ਔਲੀਆ ਬੈਠੇ ਸੀ, ਕਿਉਂਕਿ ਜਿਸ ਤਰ੍ਹਾਂ ਅਸੀਂ ਅੱਜ ਜ਼ਿਕਰ ਕੀਤਾ ਨਾ ਕਿ ਅਗਰ ਇਨਸਾਨ ਆਪਣੇ ਮੁਰਸ਼ਿਦ ਨਾਲ ਪਿਆਰ ਕਰਦਾ ਹੈ, ਆਪਣੇ ਮਾਲਿਕ ਤੇ ਵਿਸ਼ਵਾਸ ਰੱਖਦਾ ਹੈ, ਤਾਂ ਫਿਰ ਇਨਸਾਨ ਨੂੰ ਜੀਵਨ 'ਚ ਕੋਈ ਕਮੀ, ਕੋਈ ਤੋਟ, ਕੋਈ ਘਾਟ ਕਦੀ ਆਂਦੀ ਨਹੀਂ ਹੈ। ਔਰ ਜੀਵਨ 'ਚ ਖੁਸ਼ੀਆਂ ਕਿੱਦਾਂ ਆਉਂਦੀਆਂ ਹੈ, ਜੀਵਨ 'ਚ ਸਫਲਤਾ ਕਿੱਦਾਂ ਆਉਂਦੀ ਹੈ, ਉਹਦੇ ਬਾਰੇ ਨਾ ਇਹ ਛੋਟੇ ਜਿਹੇ ਕਿੱਸੇ ਤੋਂ ਪਤਾ ਲੱਗੇਗਾ। ਇੱਕ ਦਿਨ ਹਜ਼ਰਤ ਨਿਜ਼ਾਮੁਦੀਨ ਔਲੀਆ ਆਪਣੇ ਕੁਝ ਪਿਆਰਿਆਂ ਵਿੱਚ ਇੱਦਾਂ ਹੀ ਬੈਠੇ ਹੋਏ ਸੀ ਔਰ ਉੱਥੇ ਹਜ਼ਰਤ ਅਮੀਰ ਖੁਸਰੋ ਵੀ ਬੈਠੇ ਸੀ। ਸ਼ਾਮ ਦਾ ਸਮਾਂ ਜਦੋਂ ਬੈਠੇ ਹੋਏ ਆ ਤਾਂ ਬੈਠੇ ਬੈਠਿਆਂ ਹਜ਼ਰਤ ਨਿਜ਼ਾਮੁਦੀਨ ਔਲੀਆ ਨੇ ਇੱਕ ਸਵਾਲ ਪੁੱਛਿਆ ਆਪਣੇ ਪਿਆਰਿਆਂ ਨੂੰ। ਔਰ ਕਿਹੜਾ ਸਵਾਲ ਪੁੱਛਿਆ, ਜ਼ਰਾ ਗੌਰ ਕਰਨ ਵਾਲੀ ਗੱਲ ਹੈ। ਹਜ਼ਰਤ ਨਿਜ਼ਾਮੁਦੀਨ ਔਲੀਆ ਨੇ ਆਪਣੇ ਸੇਵਕਾਂ ਨੂੰ, ਆਪਣੇ ਪਿਆਰਿਆਂ ਨੂੰ ਸਵਾਲ ਪੁੱਛਿਆ ਕਿ ਪਿਆਰਿਓ ਦੱਸੋ ਕਿ ਖੁਸ਼ੀਆਂ ਨਾਲ ਜ਼ਿੰਦਗੀ ਜੀਣ ਵਾਸਤੇ ਕਿਹੜੀ ਚੀਜ਼ ਦਾ ਹੋਣਾ ਜ਼ਰੂਰੀ ਹੈ। ਖੁਸ਼ੀਆਂ ਨਾਲ ਜ਼ਿੰਦਗੀ ਜੀਣ ਵਾਸਤੇ, ਆਨੰਦ ਨਾਲ ਜ਼ਿੰਦਗੀ ਜੀਣ ਵਾਸਤੇ ਕਿਹੜੀ ਚੀਜ਼ ਦਾ ਹੋਣਾ ਜ਼ਰੂਰੀ ਹੈ। ਤਾਂ ਉਸ ਵੇਲੇ ਹਰ ਇੱਕ ਜਿਹੜਾ ਵੀ ਉੱਥੇ ਪਿਆਰਾ ਬੈਠਾ ਸੀ ਨਾ, ਉਹਨੇ ਆਪਣੀ ਆਪਣੀ ਸਮਝ ਦੇ ਮੁਤਾਬਿਕ ਜਵਾਬ ਦਿੱਤਾ। ਕਿਸੇ ਨੇ ਕਿਹਾ ਜੀ ਕਿ ਜ਼ਿੰਦਗੀ 'ਚ ਜ਼ਰੂਰੀ ਹੈ ਇਹ ਹਵਾ, ਅਗਰ ਸਾਹ ਲਵਾਂਗੇ ਤਾਂ ਫੇਰ ਹੀ ਜ਼ਿੰਦਗੀ ਦਾ ਅਸੀਂ ਮਜ਼ਾ ਲੈ ਸਕਦੇ ਹਾਂ। ਕਿਸੇ ਨੇ ਕਿਹਾ ਜ਼ਰੂਰੀ ਹੈ ਇਹ ਸਰ, ਕਿਸੇ ਨੇ ਕਿਹਾ ਜ਼ਰੂਰੀ ਹੈ ਇਹ ਅੱਖਾਂ, ਕਿਸੇ ਨੇ ਕਿਹਾ ਜ਼ਰੂਰੀ ਹੈ ਇਹ ਕੰਨ ਜਿਹਦੇ ਨਾਲ ਅਸੀਂ ਆਵਾਜ਼ ਸੁਣਦੇ ਹਾਂ। ਯਾਨੀ ਹਰੇਕ ਨੇ ਆਪਣੀ ਆਪਣੀ ਸਮਝ ਦੇ ਮੁਤਾबिक ਜਵਾਬ ਦਿੱਤੇ। ਪਰ ਹਜ਼ਰਤ ਅਮੀਰ ਖੁਸਰੋ ਚੁੱਪ ਕਰਕੇ ਬੈਠੇ ਹੋਏ ਸੀ। ਤਾਂ ਨਿਜ਼ਾਮੁਦੀਨ ਔਲੀਆ ਨੇ ਉਧਰ ਨੂੰ ਦੇਖਿਆ ਔਰ ਕਿਹਾ, ਖੁਸਰੋ
ਤੂੰ ਵੀ ਕੁਝ ਬੋਲ ਕਿ ਤੈਨੂੰ ਕੀ ਲੱਗਦਾ ਹੈ ਕਿ ਜ਼ਿੰਦਗੀ ਖੁਸ਼ੀ ਨਾਲ ਜੀਣ ਵਾਸਤੇ ਕਿਸ ਚੀਜ਼ ਦਾ ਹੋਣਾ ਜ਼ਰੂਰੀ ਹੈ। ਤਾਂ ਉਸ ਵੇਲੇ ਹਜ਼ਰਤ ਅਮੀਰ ਖੁਸਰੋ ਨੇ ਆਪਣੇ ਇੱਕ ਸ਼ੇਰ ਦੇ ਅੰਦਰ ਨਾ ਇਹ ਗੱਲ ਕਹੀ। ਕੀ ਕਿਹਾ ਹਜ਼ਰਤ ਅਮੀਰ ਖੁਸਰੋ ਨੇ? ਇਹ ਗੱਲ ਸਮਝ ਲੈਣੀ ਕਿ ਸਾਨੂੰ ਜ਼ਿੰਦਗੀ ਜੀਣ ਵਾਸਤੇ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਆਪਣੇ ਜੀਵਨ ਨੂੰ ਅਗਰ ਖੁਸ਼ੀਆਂ ਨਾਲ ਅਸੀਂ ਜੀਣਾ ਚਾਹੁੰਦੇ ਹਾਂ, ਆਨੰਦ ਨਾਲ ਅਗਰ ਅਸੀਂ ਜੀਣਾ ਚਾਹੁੰਦੇ ਤਾਂ ਕਿਹੜੀ ਚੀਜ਼ ਦਾ ਸਾਡੇ ਜੀਵਨ 'ਚ ਹੋਣਾ ਜ਼ਰੂਰੀ ਹੈ। ਤਾਂ ਅਮੀਰ ਖੁਸਰੋ ਆਪਣੇ ਸ਼ੇਰ ਦੇ ਵਿੱਚ ਆਪਣੇ ਕਲਾਮ 'ਚ ਦੱਸਦੇ ਹੈ, ਕਹਿੰਦੇ ਮੁਰਸ਼ਿਦ ਸੁਣੋ ਫਿਰ ਜੇ ਮੈਨੂੰ ਪੁੱਛਦੇ ਹੋ। ਉਹ ਕਹਿੰਦੇ ਨਾ ਜੇ ਸਰ ਜ਼ਰੂਰੀ ਹੈ, ਕਿਉਂਕਿ ਕਿਸੇ ਨੇ ਕਿਹਾ ਸੀ ਸਰ ਦੀ ਬੜੀ ਜ਼ਰੂਰਤ ਹੈ। ਉਹ ਕਹਿੰਦੇ ਨਾ ਜੇ ਸਰ ਜ਼ਰੂਰੀ ਹੈ, ना ये पांव और हाथ जरूरी है। ना ये सर जरूरी है, ना ये पांव, ना ये हाथ जरूरी है। जिंदगी खुशियों से जीने के लिए ऐ मेरे मुर्शिद बस तेरा साथ जरूरी है। वो कहते जिंदगी खुशियां ना जीण वास्ते मेरे मुर्शिद तेरा साथ जरूरी है। क्योंकि जे कोई तुहानू पूछे कि रास्ता अहमियत रखता है या मंजिल, तो किसी ने कहना जी रास्ता अहमियत रखता है, किसी ने कहना मंजिल। पर जे सानू कोई पूछे कि रास्ता अहमियत रखता है या मंजिल, असीं कहना ना रास्ता अहमियत रखता है ना मंजिल, बल्कि साडे साथ कौन चल रहा है अहमियत ये रखता है। क्योंकि अगर महबूब नाल होवे तो फिर रास्ता चाहे जंगल दा होवे उत्थे ही मंगल हो जाते हैं। तो जे कोई अपना प्यारा ही नाल ना होवे तो फिर मेले भी मजा नहीं देंदे। समझते हो कि नहीं? इसलिए मंजिल भी उन्नी जरूरी नहीं है, रास्ता भी उन्ना जरूरी नहीं है जिन्ना जरूरी है कि असीं किहदे नाल चल रहे हैं, साडा साथ कौन दे रहा है, साडे साथ कौन चल रहा है। हुण इत्थे दो चीज़ां जांदियां है इशारे, एक तो बाहरी तौर ते साडे नाल कौन चल रहा, दूजा अंदरूनी तौर ते साडे नाल कौन चल रहा है। हुण तुसीं देखो कोई सुंदर रास्ता भी होवे पर अगर इंसान दे अंदर ओहदा डर चल रहा है, ਉਹਦੀਆਂ ਚਿੰਤਾਵਾਂ ਚੱਲ ਰਹੀਆਂ, ਉਹਦੀਆਂ ਟੈਨਸ਼ਨਾਂ ਉਹਦੇ ਨਾਲ ਨਾਲ ਚੱਲ ਰਹੀਆਂ, ਤਾਂ ਉਹ ਸੁੰਦਰ ਤੋਂ ਸੁੰਦਰ ਮਾਰਗ ਦਾ ਮਜ਼ਾ ਵੀ ਨਹੀਂ ਲੈ ਪਾਏਗਾ। ਕਿਉਂਕਿ ਧਿਆਨ ਤਾਂ ਉਹਦਾ ਡਰ ਚਿੰਤਾ 'ਚ ਹੀ ਹੋਏਗਾ। ਹੁਣ ਕਈ ਵਾਰ ਤੁਸੀਂ ਦੇਖਿਆ ਨਾ ਘਰ 'ਚ ਕਿਸੇ ਦੀ ਸ਼ਾਦੀ ਹੁੰਦੀ, ਵਿਆਹ ਹੁੰਦਾ ਹੈ, ਇੰਨਾ ਖੁਸ਼ੀਆਂ ਦਾ ਟਾਈਮ ਹੁੰਦਾ ਹੈ, ਪਰ ਬੰਦਾ ਚਿੰਤਾ ਵਿੱਚ ਨਾ ਰਾਤ ਨੂੰ ਸੌਂ ਪਾਉਂਦਾ, ਕਿਤੇ ਆਹ ਨਾ ਘਟ ਜਾਵੇ, ਕਿਤੇ ਉਹ ਨਾ ਘਟ ਜਾਵੇ, ਕਿਤੇ ਇੱਥੇ ਨਾ ਬੇਇੱਜ਼ਤੀ ਹੋ ਜਾਵੇ, ਕਿਤੇ ਉਹ ਨਾ ਨਾਰਾਜ਼ ਹੋ ਜਾਵੇ, ਕਿਤੇ ਇਦਾਂ ਨਾ ਹੋ ਜਾਵੇ। ਉਹ ਚਿੰਤਾ ਵਿੱਚ ਹੀ ਉਹ ਸਾਰਾ ਪ੍ਰੋਗਰਾਮ ਚਲਾ ਜਾਂਦਾ ਤੇ ਇਨਸਾਨ ਉਹਦਾ ਪੂਰਾ ਆਨੰਦ ਲੈ ਹੀ ਨਹੀਂ ਪਾਉਂਦਾ। ਤਾਂ ਜਿਹਦੇ ਅੰਦਰ ਵਿਸ਼ਵਾਸ ਹੁੰਦਾ ਹੈ, ਜਿਹਦੇ ਅੰਦਰ ਯਕੀਨ ਹੁੰਦਾ ਹੈ, ਜਿਹਦੇ ਅੰਦਰ ਆਪਣੇ ਮੁਰਸ਼ਿਦ ਦਾ ਵਿਸ਼ਵਾਸ ਭਰੋਸਾ ਹੁੰਦਾ ਹੈ, ਫਿਰ ਪ੍ਰੋਗਰਾਮ ਉਹਦੇ ਵੀ ਹੁੰਦੇ ਹੈ ਪਰ ਉਹ ਹਰ ਪਲ ਦਾ ਪੂਰਾ ਪੂਰਾ ਆਨੰਦ ਲੈਂਦਾ। ਕਿਉਂਕਿ ਉਹਨੂੰ ਪਤਾ ਹੈ ਕਿ ਮੈਨੂੰ ਕੋਈ ਕਮੀ ਆ ਹੀ ਨਹੀਂ ਸਕਦੀ, ਮੇਰੇ ਘਰ 'ਚ ਕੋਈ ਤੋਟ ਆ ਹੀ ਨਹੀਂ ਸਕਦੀ, ਕਿਉਂਕਿ ਮੇਰੇ ਹਰ ਕਾਰਜ ਨੂੰ ਪੂਰਾ ਕਰਨ ਵਾਲਾ ਮੇਰਾ ਮਾਲਿਕ ਮੇਰੇ। ਬਸ ਜਿਹਦੇ ਅੰਦਰ ਇਹ ਵਿਸ਼ਵਾਸ ਹੁੰਦਾ ਉਹ ਤਾਂ ਫਿਰ ਹਰ ਪਲ ਦਾ ਪੂਰਾ ਪੂਰਾ ਆਨੰਦ ਲੈਂਦਾ ਹੈ, ਮਜ਼ਾ ਲੈਂਦਾ ਹੈ। ਹੁਣ ਜੇ ਤੁਸੀਂ ਵੀ ਜ਼ਿੰਦਗੀ ਖੁਸ਼ੀਆਂ ਨਾਲ ਜੀਣੀ ਹੈ ਤਾਂ ਫਿਰ ਕਵਾਂਗੇ, ਕੋਈ ਕਹਿੰਦਾ ਜੀ ਸਿਰ ਦਾ ਹੋਣਾ ਜ਼ਰੂਰੀ ਹੈ, ਕੋਈ ਕਹਿੰਦਾ ਜੀ ਹਵਾ ਦਾ ਹੋਣਾ ਜ਼ਰੂਰੀ ਹੈ। ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖੋ, ਹਵਾ ਸਾਰੇ ਲੈ ਰਹੇ ਹੈ, ਆਕਸੀਜਨ ਸਾਹ ਸਾਰੇ ਲੈ ਰਹੇ ਹੈ ਕਿ ਨਹੀਂ, ਦੇਖ ਵੀ ਸਾਰੇ ਰਹੇ ਹੈ, ਸੁਣ ਵੀ ਸਾਰੇ ਰਹੇ ਹੈ। ਹੁਣ ਜੇ ਖੁਸ਼ੀਆਂ ਵਾਸਤੇ ਹਵਾ ਦਾ, ਸੁਣਨ ਦਾ ਜਾਂ ਦੇਖਣ ਦਾ ਇਹ ਜ਼ਰੂਰੀ ਹੁੰਦਾ ਤਾਂ ਫਿਰ ਅੱਜ ਇਨਸਾਨ ਦੇਖਦਾ ਵੀ ਹੈ, ਸਾਹ ਵੀ ਲੈਂਦਾ, ਖਾਂਦਾ ਪੀਂਦਾ ਵੀ ਹੈ, ਫਿਰ ਵੀ ਦੁਖੀ ਹੈ। बोलो है कि नहीं? फिर भी इंसान के जीवन कितनी चिंतावां है। इसलिए अमीर खुसरो ने मुर्शिद नूं क्यों रखिया? वो कहते इंसान चाहे सिर भी सलामत है, हाथ पैर भी सलामत है, पर अगर इंसान नूं अंदर कोई हिम्मत, हौसला, साहस देने वाला नहीं है, कोई ज्ञान देने वाला नहीं है, कोई जिंदगी नूं जीण दा ढंग देने वाला नहीं है, तो फिर इंसान दे जीवन च दुख ही दुख हुंदे, खुशियां कदी आ ही नहीं सकदियां। बोलो समझदे हो कि नहीं? जिदा हम समझ लो कि असी एक सवाल कई बार पुछी तो इत्थे ही पूछना चाहांगे। हुण फर्ज करो एक नौजवान है, एक नौजवान है, ਉਹਦੇ ਕੋਲ 10 ਮੰਜ਼ਿਲਾ घर है, महल वर्गा ਉਹਦਾ घर है, और ਉਹਦੇ घर ਦੇ ਵਿੱਚ ਇੰਨੀ दौलत है कि सोने ਦੀਆਂ थालियां 'ਚ खाना आंदा है, सोने ਦੀਆਂ थालियां 'ਚ खाना आंदा है, नौकर चाकर भी है, सब कुछ है, पर वो नौजवान पागल है। नौजवान की है? पागल है, ਜਿਹਨੂੰ ਕੋਈ ਸਮਝ ਹੀ ਨਹੀਂ ਹੈ ਉੱਠਣ ਬੈਠਣ ਦੀ, ਕੱਪੜਾ ਪਾਉਣ ਦੀ। ਜਦੋਂ ਦਿਲ ਕਰਦਾ ਕੱਪੜੇ ਪਾੜ ਦਿੰਦਾ ਹੈ, ਜਦੋਂ ਦਿਲ ਕਰਦਾ ਚੀਜ਼ਾਂ ਭੰਨਣੀਆਂ ਸ਼ੁਰੂ ਕਰ ਦਿੰਦਾ ਹੈ। ਯਾਨੀ ਹੁਣ ਉਹਦੇ ਕੋਲ ਸਭ ਕੁਝ ਹੈ ਪਰ ਇੱਕ ਸਮਝ ਨਹੀਂ ਹੈ, ਜ਼ਿੰਦਗੀ ਜੀਣ ਦਾ ਗਿਆਨ ਨਹੀਂ ਹੈ, ਤਾਂ ਉਹ ਸਭ ਕੁਝ ਹੁੰਦਿਆਂ ਹੋਇਆਂ ਵੀ ਉਹਦਾ ਮਜ਼ਾ
ਜਾਂ ਉਹਦਾ ਆਨੰਦ, ਉਹਦਾ ਲਾਭ ਉਹ ਲੈ ਨਹੀਂ ਸਕਦਾ। ਕਿਉਂਕਿ ਕਿਸੇ ਵੀ ਚੀਜ਼ ਦਾ ਲਾਭ ਅਸੀਂ ਉਦੋਂ ਲੈ ਸਕਦੇ ਹਾਂ ਜਦੋਂ ਸਾਡੀ ਬੁੱਧੀ, ਸਾਡੀ ਸਮਝ ਸਹੀ ਹੋਵੇ। ਤਾਂ ਹੀ ਤਾਂ ਅਸੀਂ ਇੱਕ ਗੱਲ ਕਹੀਦੀ ਹੈ ਕਿ ਇਨਸਾਨ ਜੇ ਚਾਹੁੰਦਾ ਨਾ ਮੇਰੇ ਘਰ 'ਚ ਖੁਸ਼ੀ ਆਵੇ, ਤਾਂ ਕਈ ਵਾਰ ਬੰਦਾ ਕਹਿੰਦਾ ਕਿ ਮੇਰੇ ਘਰ 'ਚ ਸੋਫਾ ਸੈੱਟ ਹੋਵੇ ਫਿਰ ਮੈਨੂੰ ਖੁਸ਼ੀ ਮਿਲਣੀ ਹੈ, ਮੇਰੇ ਘਰ 'ਚ ਡਿਨਰ ਸੈੱਟ ਹੋਵੇ ਫਿਰ ਮੈਨੂੰ ਖੁਸ਼ੀ ਮਿਲਣੀ ਹੈ, ਜਾਂ ਮੇਰੇ ਘਰ ਦੇ ਵਿੱਚ ਆਹ ਟੀਵੀ ਸੈੱਟ ਹੋਵੇ ਫਿਰ ਮੈਨੂੰ ਖੁਸ਼ੀ ਮਿਲਣੀ ਹੈ। ਕਹਿੰਦੇ ਜਿੰਨੇ ਮਰਜ਼ੀ ਸੈੱਟ ਰੱਖੀ ਜਾਓ, ਪਰ ਜੇ ਤੁਹਾਡਾ ਮਾਈਂਡ ਹੀ ਸੈੱਟ ਨਹੀਂ ਹੈ, ਮਨ ਹੀ ਸੈੱਟ ਨਹੀਂ ਹੈ, ਤਾਂ ਕਿਸੇ ਚੀਜ਼ ਨੇ ਤੁਹਾਨੂੰ ਖੁਸ਼ੀ ਕਦੀ ਦੇਣੀ ਨਹੀਂ ਹੈ। ਬੇਸ਼ੱਕ ਘਰ ਖਾਲੀ ਹੋਵੇ, ਪਰ ਅਗਰ ਤੁਹਾਡੀ ਬੁੱਧੀ ਸੈੱਟ ਹੈ, ਮਾਈਂਡ ਸੈੱਟ ਹੈ, ਮਨ ਸਹੀ ਜਗ੍ਹਾ ਹੈ, ਤਾਂ ਫਿਰ ਖਾਲੀ ਘਰ ਵੀ ਸਵਰਗ ਦਾ ਨਜ਼ਾਰਾ ਦਿੰਦਾ ਹੈ। ਤਾਂ ਹੀ ਤਾਂ ਗੁਰੂਆਂ, ਰਹਿਬਰਾਂ, ਪੀਰਾਂ, ਫਕੀਰਾਂ ਦੀ ਜ਼ਿੰਦਗੀ ਨੂੰ ਦੇਖੋ, ਕੱਖਾਂ ਦੀਆਂ ਕੁੱਲੀਆਂ 'ਚ ਵੀ ਉਹ ਏਦਾਂ ਆਨੰਦ ਲੈਂਦੇ, ਇੰਨੇ ਪ੍ਰਸੰਨ ਹੈ, ਇੰਨੇ ਖੁਸ਼ ਹੈ ਕਿ ਇਨਸਾਨ ਉਹਨਾਂ ਦੀ ਖੁਸ਼ੀ ਦਾ ਮੁਕਾਬਲਾ ਕਰ ਹੀ ਨਹੀਂ ਸਕਦਾ। ਉਹ ਰਾਜੇ ਮਹਾਰਾਜੇ ਮਹਿਲਾਂ 'ਚ ਰਹਿ ਕੇ ਦੁਖੀ ਹੈ, ਚਿੰਤਿਤ ਹੈ, ਪਰ ਸੰਤ ਫਕੀਰ ਕੱਖਾਂ ਦੀਆਂ ਕੁੱਲੀਆਂ 'ਚ ਬਹਿ ਕੇ ਖੁਸ਼ ਹੈ। ਤਾਂ ਹੀ ਤਾਂ ਮਹਾਤਮਾ ਬੁੱਧ ਦੀ ਗੱਲ ਇੱਥੇ ਯਾਦ ਆ ਗਈ ਕਿ ਜਦੋਂ ਮਹਾਤਮਾ ਬੁੱਧ ਨੂੰ ਉਹ ਗਿਆਨ ਪ੍ਰਾਪਤ ਹੋਇਆ ਨਾ, ਮਹਾਤਮਾ ਬੁੱਧ ਬੈਠੇ ਸੀ, ਜਦੋਂ ਅੰਦਰੋਂ ਸੁਰਤੀ ਜੁੜੀ, ਉਹ ਗਿਆਨ ਪ੍ਰਾਪਤ ਹੋਇਆ, ਤਾਂ ਕਹਿੰਦੇ ਕਈ ਮਹੀਨੇ, ਕਈ ਦਿਨ ਮਹਾਤਮਾ ਬੁੱਧ ਉੱਠੇ ਹੀ ਨਹੀਂ, ਬੈਠੇ ਹੀ ਰਹੇ ਉੱਥੇ। ਤਾਂ ਫਿਰ ਅੰਦਰੋਂ ਰੱਬ ਦੀ ਆਵਾਜ਼ ਆਈ ਕਿ ਬੁੱਧ, ਹੁਣ ਇਸ ਮੰਜ਼ਿਲ ਨੂੰ ਪਾਇਆ ਹੈ ਤਾਂ ਸੰਸਾਰ ਦੀ ਤਰਫ ਚੱਲ, ਸੰਸਾਰ ਦੀ ਤਰਫ ਚੱਲ। ਤਾਂ ਮਹਾਤਮਾ ਬੁੱਧ ਨੇ ਕਿਹਾ ਜੀ ਮੈਨੂੰ ਹੁਣ ਸੰਸਾਰ ਦੀ ਲੋੜ ਨਹੀਂ ਹੈ, ਮੈਨੂੰ ਹੁਣ ਸੰਸਾਰ ਦੀ ਲੋੜ ਨਹੀਂ ਹੈ, ਕਿਉਂਕਿ ਮੈਂ ਆਨੰਦ ਵਿੱਚ ਹਾਂ। ਮੈਂ ਜਿੱਥੇ ਆ ਪੇੜ ਦੇ ਥੱਲੇ ਬੈਠਾ, ਮੈਂ ਇੱਥੇ ਹੀ ਆਨੰਦ ਵਿੱਚ ਆ। ਕਿਉਂਕਿ ਜਦੋਂ ਮੈਂ ਰਾਜੇ ਦੇ ਮਹਿਲ 'ਚ ਸੀ, ਕਿਉਂਕਿ ਰਾਜਕੁਮਾਰ ਸਿਧਾਰਥ ਹੀ ਬਾਅਦ ਚੋਂ ਬੁੱਧ ਹੋਏ, ਰਾਜੇ ਦੇ ਪੁੱਤਰ ਸੀ ਉਹ ਕਹਿੰਦੇ ਜਦੋਂ ਮੈਂ ਮਹਿਲ 'ਚ ਸੀ ਉਦੋਂ ਮੈਨੂੰ ਤਕਲੀਫ ਸੀ, ਉਦੋਂ ਮੈਂ ਚਿੰਤਿਤ ਸੀ, ਪਰ ਹੁਣ ਮੈਂ ਉਸ ਆਨੰਦ ਨੂੰ ਪਾ ਲਿਆ ਕਿ ਅੱਜ ਇਸ ਧਰਤੀ ਤੇ ਬਹਿ ਕੇ, ਪੇੜ ਦੇ ਥੱਲੇ ਬਹਿ ਕੇ ਮੈਂ ਬੜਾ ਖੁਸ਼ ਹਾਂ। ਇਸ ਲਈ ਹੁਣ ਮੈਂ ਸੰਤੁਸ਼ਟ ਹਾਂ, ਮੈਨੂੰ ਉਸ ਆਨੰਦ ਦੀ ਪ੍ਰਾਪਤੀ ਹੋ ਗਈ ਜੋ ਇਹ ਜੀਵਨ ਦਾ ਮਕਸਦ ਹੈ। ਇਸ ਲਈ ਹੁਣ ਮੈਨੂੰ ਸੰਸਾਰ ਦੀ ਲੋੜ ਨਹੀਂ, ਮੈਂ ਸੰਸਾਰ ਦੀ ਤਰਫ ਨਹੀਂ ਜਾਣਾ। ਜਦੋਂ ਇੰਨੀ ਗੱਲ ਮਹਾਤਮਾ ਬੁੱਧ ਨੇ ਕਹੀ ਨਾ ਅੰਦਰ ਹੀ ਰੱਬ ਨੂੰ, ਤਾਂ ਅੰਦਰੋਂ ਆਵਾਜ਼ ਆਈ, ਉਹ ਬੁੱਧ ਕਿ ਮੈਂ ਇਸ ਲਈ ਤੈਨੂੰ ਕਹਿ ਰਿਹਾ ਸੰਸਾਰ ਦੀ ਤਰਫ ਜਾ, ਕਿਉਂਕਿ ਮੈਨੂੰ ਪਤਾ ਹੈ ਤੈਨੂੰ ਸੰਸਾਰ ਦੀ ਲੋੜ ਨਹੀਂ ਹੈ, ਪਰ ਇਸ ਸੰਸਾਰ ਨੂੰ ਤੇਰੀ ਲੋੜ ਹੈ। ਕਿਉਂਕਿ ਤੂੰ ਤਾਂ ਉਸ ਆਨੰਦ ਨੂੰ ਪਾ ਲਿਆ ਕਿ ਤੈਨੂੰ ਸੰਤੁਸ਼ਟੀ ਹੋ ਗਈ, ਕੋਈ ਇੱਛਾ ਨਹੀਂ ਰਹਿ ਗਈ, ਕੋਈ ਅੰਦਰ ਲੋਭ ਨਹੀਂ ਰਹਿ ਗਿਆ, ਕੋਈ ਅੰਦਰ ਮੰਗ ਨਹੀਂ ਰਹਿ ਗਈ, ਤੂੰ ਤਾਂ ਪੂਰਨ ਹੋ ਗਿਆ। ਪਰ ਹੁਣ ਤੈਨੂੰ ਸੰਸਾਰ ਦੀ ਲੋੜ ਨਹੀਂ ਹੈ, ਪਰ ਜਿਹੜਾ ਆਨੰਦ, ਜਿਹੜੀ ਸ਼ਾਂਤੀ, ਜਿਹੜਾ ਪ੍ਰੇਮ, ਜਿਹੜੀ ਕਰੁਣਾ ਤੇਰੇ ਅੰਦਰ ਹੈ, ਉਹਦੀ ਲੋੜ ਇਸ ਸੰਸਾਰ ਨੂੰ ਹੈ। ਇਸ ਲਈ ਹੁਣ ਤੂੰ ਸੰਸਾਰ ਕੋ ਜਾ, ਤਾਂ ਕਿ ਜਿਹੜਾ ਆਨੰਦ ਤੂੰ ਜਾਣਿਆ ਹੈ, ਜਿਹੜੀ ਸੰਤੁਸ਼ਟੀ ਤੂੰ ਜਾਣੀ ਹੈ, ਉਹ ਸੰਤੁਸ਼ਟੀ ਉਹ ਵੀ ਜਾਣ ਸਕਣ ਜਿਹੜੇ ਦੁਨੀਆ ਮਗਰ ਦੌੜ ਦੌੜ ਕੇ ਆਪਣਾ ਜੀਵਨ, ਆਪਣਾ ਜਨਮ ਵਿਅਰਥ ਗਵਾ ਰਹੇ ਹੈ। ਸਮਝਦੇ ਹੋ ਕਿ ਨਹੀਂ? ਹੁਣ ਜਰਾ ਸੋਚਣਾ, ਮਹਾਤਮਾ ਬੁੱਧ ਜਦ ਤੱਕ ਮਹਿਲਾਂ 'ਚ ਸੀ ਅਸੰਤੁਸ਼ਟ ਸੀ, ਪਰੇਸ਼ਾਨ ਸੀ, ਚਿੰਤਤ ਸੀ, ਪਰ ਜਿੱਦਾਂ ਹੀ ਉਹਨਾਂ ਨੇ ਜੰਗਲ 'ਚ ਬਹਿ ਕੇ ਆਪਣੇ ਅੰਦਰਲੇ ਆਨੰਦ ਨੂੰ ਜਾਣਿਆ, ਉਹ ਮੈਡੀਟੇਸ਼ਨ ਦੇ ਜ਼ਰੀਏ, ਧਿਆਨ ਦੇ ਜ਼ਰੀਏ, ਉਹ ਬੰਦਗੀ ਦੇ ਜ਼ਰੀਏ ਜਦੋਂ ਆਪਣੇ ਅੰਦਰ ਨੂੰ ਜਾਣਿਆ, ਤਾਂ ਉਹਨਾਂ ਨੂੰ ਉਹ ਸੰਤੁਸ਼ਟੀ ਮਿਲ ਗਈ ਜਿਹੜੀ ਉਹਨਾਂ ਨੂੰ ਮਹਿਲਾਂ 'ਚ ਨਹੀਂ ਮਿਲੀ। ਇੱਥੋਂ ਪਤਾ ਕੀ ਲੱਗਦਾ ਹੈ ਕਿ ਖੁਸ਼ੀ ਨਾਲ ਜ਼ਿੰਦਗੀ ਜੀਣ ਵਾਸਤੇ, ਜਿੱਦਾਂ ਹੀ ਕਈ ਵਾਰ ਦੱਸੀ ਨਾ, ਬਾਹਰਲੇ ਪਦਾਰਥ ਸਾਡੀ ਜ਼ਰੂਰਤ ਹੈ, ਉਹਨੂੰ ਉੱਥੇ ਰੱਖੋ। ਬੋਲੋ ਸਮਝਦੇ ਹੋ ਕਿ ਨਹੀਂ? ਪਰ ਜੇ ਖੁਸ਼ੀ ਜੀਵਨ 'ਚ ਚਾਹੀਦੀ ਹੈ ਤਾਂ ਖੁਸ਼ੀ ਤੁਹਾਨੂੰ ਪਦਾਰਥਾਂ ਨੇ ਨਹੀਂ ਦੇਣੀ। ਖੁਸ਼ੀ ਤੁਹਾਨੂੰ ਉਦੋਂ ਮਿਲਣੀ ਹੈ ਜਦੋਂ ਆਪਣੇ ਅੰਦਰ ਬੈਠੀ ਉਸ ਸ਼ਕਤੀ ਨੂੰ ਸਮਝੋਗੇ, ਆਪਣੇ ਅੰਦਰ ਬੈਠੀ ਉਸ ਤਾਕਤ ਨਾਲ ਜੁੜੋਗੇ, ਆਪਣੇ ਅੰਦਰ ਬੈਠੀ ਉਹ ਸ਼ਕਤੀ ਜਿਹਨੂੰ ਪਰਮਾਤਮਾ, ਪ੍ਰਭੂ, ਪਰਮ ਪਿਤਾ, ਭਗਵਾਨ, ਈਸ਼ਵਰ, ਅੱਲਾ, ਵਾਹਿਗੁਰੂ ਕਈਆਂ ਨਾਮਾਂ 'ਚ ਜਿਹਨੂੰ ਯਾਦ ਕੀਤਾ ਜਾਂਦਾ, ਉਹ ਸ਼ਕਤੀ ਤੁਹਾਡੇ ਕਿੱਥੇ ਬੈਠੀ ਹੈ? ਅੰਦਰ। ਇਸ ਲਈ ਮਹਾਤਮਾ ਬੁੱਧ ਨੇ ਜਦੋਂ ਅੰਦਰੋਂ ਉਸ ਨੂੰ ਜਾਣਿਆ, ਤਾਂ ਫਿਰ ਉਹਨਾਂ ਨੂੰ ਉਹ ਆਨੰਦ ਦੀ ਪ੍ਰਾਪਤੀ ਹੋਈ ਕਿ ਉਹਨਾਂ ਨੇ ਕਿਹਾ ਕਿ ਹੁਣ ਮੈਨੂੰ ਕਿਸੇ ਚੀਜ਼ ਦੀ ਲੋੜ। ਤਾਂ ਅੱਜ ਇਨਸਾਨ ਨੂੰ ਪੁੱਛ ਲਓ, ਇੱਕ ਰਾਜੇ ਨੂੰ ਪੁੱਛ ਲਓ ਜੋ ਕਿ ਕਰੋੜਾਂ ਦਾ ਸਵਾਮੀ ਹੈ, ਕਿਸੇ ਚੀਜ਼ ਦੀ ਲੋੜ ਹੈ? ਉਹ ਕਹਿੰਦਾ ਹਾਲੇ ਮੈਨੂੰ ਹੋਰ ਲੋੜ ਹੈ, ਹਾਲੇ ਮੈਨੂੰ ਹੋਰ ਬੜਾ ਰਾਜਿਆ ਚਾਹੀਦਾ, ਹਾਲੇ ਮੈਨੂੰ ਹੋਰ ਸੋਨਾ ਚਾਹੀਦਾ, ਹੋਰ ਹੀਰੇ ਚਾਹੀਦੇ ਹੈ। ਯਾਨੀ ਉਹਦੇ ਕੋਲ ਇੰਨਾ ਹੁੰਦਿਆਂ ਹੋਇਆ ਵੀ, ਜੇ ਤਾਂ ਗੁਰਬਾਣੀ ਕਹਿੰਦੇ ਨਾ, ਸਗਲ ਸ੍ਰਿਸ਼ਟ ਕਾ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ। ਤਾਂ ਹੁਣ ਜਰਾ ਆਪ ਸੋਚੋ, ਅੱਜ ਰਾਜਾ ਤਾਂ ਹਰ ਕੋਈ ਬਣਨਾ ਚਾਹੁੰਦਾ ਹੈ, ਅੱਜ ਇਨਸਾਨ ਪਦਾਰਥ ਤਾਂ ਹਰ ਕੋਈ ਚਾਹੁੰਦਾ ਹੈ, ਪਰ ਜਿਹੜੀ ਚੀਜ਼ ਨਾਲ ਜੁੜ ਕੇ ਜੀਵਨ 'ਚ ਖੁਸ਼ੀਆਂ ਆਣੀਆਂ ਹੈ, ਜਿਹਦੇ ਬਾਰੇ ਗੁਰੂਆਂ ਰਹਿਬਰਾਂ ਨੇ ਇਸ਼ਾਰਾ ਕੀਤਾ ਹੈ ਕਿ ਹਰ ਕਾ ਨਾਮ ਜਪਤ ਹੋਏ। ਹੁਣ ਅਸੀਂ ਇਹ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ ਕਿ ਹਰੀ ਦਾ ਨਾਮ ਜਪ ਕੇ ਜਾਂ ਹਰੀ ਨਾਲ ਜੁੜ ਕੇ ਹੀ ਸਾਡੇ ਜੀਵਨ 'ਚ ਖੁਸ਼ੀਆਂ ਆਣੀਆਂ ਹੈ।
ਤਾਂ ਜ਼ਰਾ ਸੱਚ ਦੱਸਿਓ, ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕੌਣ ਕਰਦਾ ਹੈ? ਜ਼ਰਾ ਸੋਚੋ, ਸਮਝੋ। ਇਹੀ ਇਨਸਾਨ ਦੇ ਨਾ ਦੁੱਖਾਂ ਦਾ, ਇਨਸਾਨ ਦੀਆਂ ਪਰੇਸ਼ਾਨੀਆਂ ਦਾ ਕਾਰਨ ਬਣ ਜਾਂਦਾ ਹੈ ਕਿ ਠੀਕ ਹੈ ਅਸੀਂ ਦੁਨਿਆਵੀ ਜੋ ਸਾਡੀਆਂ ਡਿਊਟੀਆਂ ਨੇ ਉਹ ਪੂਰੀਆਂ ਕਰਨੀਆਂ ਹੈ, ਪਰ ਜੇ ਜੀਵਨ 'ਚ ਸੁੱਖ ਲੈਣਾ ਹੈ, ਜੀਵਨ 'ਚ ਕਾਮਯਾਬੀ ਲੈਣੀ ਹੈ, ਤਾਂ ਜਿੱਦਾਂ ਹੁਣ ਸਮਝ ਲਓ ਇੱਕ ਨੌਜਵਾਨ ਜੌਬ ਕਰਦਾ ਹੈ, ਆਫਿਸ ਜਾਂਦਾ ਹੈ, ਚਾਹੇ ਉਹ ਬੈਂਕ ਦੀ ਹੈ, ਚਾਹੇ ਕੋਈ ਸਰਕਾਰੀ ਨੌਕਰੀ ਹੈ, ਉਹ ਨੌਕਰੀ ਕਰਦਾ ਹੈ, ਨੌਕਰੀ ਕਰਨਾ ਉਹਦੀ ਡਿਊਟੀ ਹੈ। ਪਰ ਅਗਰ ਉਹ ਫਿਟਨੈਸ ਚਾਹੁੰਦਾ ਹੈ ਕਿ ਮੈਂ ਫਿੱਟ ਵੀ ਰਵਾਂ, ਤਾਂ ਉਹ ਜੌਬ ਨੇ ਉਹਨੂੰ ਫਿਟਨੈਸ ਨਹੀਂ ਦੇਣੀ, ਉਹ ਫਿਟਨੈਸ ਉਹਨੂੰ ਜਿਮ ਨੇ ਦੇਣੀ ਹੈ, ਯੋਗਾ ਨੇ ਦੇਣੀ ਹੈ, ਐਕਸਰਸਾਈਜ਼ ਕਰਨ ਨਾਲ ਮਿਲਣੀ ਹੈ। ਹੁਣ ਡਿਊਟੀ ਕਰਨਾ ਯਾਨੀ ਨੌਕਰੀ ਕਰਨਾ ਉਹਦੀ ਇੱਕ ਜ਼ਿੰਮੇਵਾਰੀ ਹੈ, ਪਰ ਜਿਹਨੂੰ ਫਿਟਨੈਸ ਚਾਹੀਦੀ ਹੈ ਤਾਂ ਉਹਨੂੰ ਪਤਾ ਹੈ ਕਿ ਜੌਬ ਜਾਂ ਆਫਿਸ ਦੀ ਕੁਰਸੀ ਤੇ ਬਹਿ ਕੇ ਮੈਂ ਫਿੱਟ ਨਹੀਂ ਹੋਣਾ, ਫਿੱਟ ਹੋਣ ਵਾਸਤੇ ਮੈਨੂੰ ਐਕਸਟਰਾ ਟਾਈਮ ਕਸਰਤ ਕਰਨ ਨੂੰ, ਐਕਸਰਸਾਈਜ਼ ਕਰਨ ਨੂੰ, ਦੌੜਨ ਨੂੰ, ਰਨਿੰਗ ਕਰਨ ਨੂੰ, ਮਿਹਨਤ ਕਰਨ ਨੂੰ ਦੇਣਾ ਹੀ ਪੈਣਾ ਹੈ, ਉਹਦੇ ਨਾਲ ਮੈਂ ਫਿੱਟ ਹੋ ਸਕਦਾ ਹਾਂ। ਇਹੀ ਚੀਜ਼ ਕਿ ਇਹ ਕੰਮਕਾਰ ਕਰਨੇ, ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣਾ, ਇਹ ਸਾਡੀ ਜ਼ਿੰਮੇਵਾਰੀ ਹੈ। ਪਰ ਜੇ ਅਸੀਂ ਜੀਵਨ 'ਚ ਆਨੰਦ ਚਾਹੁੰਦੇ ਹਾਂ, ਖੁਸ਼ੀਆਂ ਚਾਹੁੰਦੇ ਹਾਂ, ਤਾਂ ਇਹ ਖੁਸ਼ੀ ਸਾਨੂੰ ਐਕਸਟਰਾ ਟਾਈਮ ਕੱਢਣਾ ਪੈਣਾ ਮੈਡੀਟੇਸ਼ਨ ਵਾਸਤੇ, ਸਿਮਰਨ ਵਾਸਤੇ, ਕਿਉਂਕਿ ਉੱਥੇ ਬਹਿ ਕੇ ਹੀ ਸਾਡੀ ਤਾਰ ਸੁੱਖਾਂ ਦੇ ਦਾਤੇ ਨੇ ਜੁੜਨੀ ਹੈ ਕਿ ਅਸੀਂ ਦੁਨਿਆਵੀ ਤਾਂ ਕੰਮ ਕਰਨਾ ਹੀ ਹੈ। ਤਾਂ ਜਦੋਂ ਸਿਮਰਨ ਤੇ ਬੈਠਾਂਗੇ, ਮੈਡੀਟੇਸ਼ਨ ਕਰਾਂਗੇ, ਤਾਂ ਸਾਡੇ ਅੰਦਰਲਾ ਜੋ ਆਨੰਦ ਹੈ ਨਾ ਉਹ ਵਧੇਗਾ, ਔਰ ਜਦੋਂ ਜੀਵਨ 'ਚ ਆਨੰਦ ਆਏਗਾ ਤਾਂ ਤੁਸੀਂ ਜਿਹੜਾ ਵੀ ਕੰਮ ਕਰੋਗੇ ਉਹ 'ਚ ਆਨੰਦ ਹੀ ਹੋਏਗਾ। ਜਿਹੜਾ ਵੀ ਤੁਹਾਡੇ ਸੰਪਰਕ 'ਚ ਆਏਗਾ ਉਹ ਵੀ ਖੁਸ਼ ਹੁੰਦਾ ਚਲਾ ਜਾਏਗਾ। ਸਮਝਦੇ ਹੋ ਕਿ ਨਹੀਂ? ਹੁਣ ਜੇ ਬੰਦਾ ਕਵੇ ਕਿ ਕੰਮ ਕਰਦੇ ਆਂ, ਕੰਮਕਾਰ 'ਚ ਹੀ ਕੰਮ ਵੀ ਕਰਨਾ ਹੈ, ਪਰ ਮੈਂ ਧਿਆਨ ਕਰ ਨਹੀਂ ਸਕਦਾ, ਮੇਰੇ ਜੀਵਨ 'ਚ ਖੁਸ਼ੀ ਆਵੇ, ਤਾਂ ਕੰਮ ਕਰਨ ਨਾਲ ਤੇਰੇ ਜੀਵਨ 'ਚ ਪੈਸਾ ਆ ਜਾਏਗਾ, ਕੱਪੜਾ ਆ ਜਾਏਗਾ, ਭੋਜਨ ਆ ਜਾਏਗਾ, ਮਕਾਨ ਆ ਜਾਏਗਾ। ਪਰ ਮਕਾਨ, ਕੱਪੜਾ, ਪੈਸਾ ਇਹ ਤੇਰੇ ਜ਼ਰੂਰਤਾਂ ਤਾਂ ਪੂਰੀਆਂ ਕਰ ਸਕਦਾ ਹੈ, ਪਰ ਤੇਰੇ ਜੀਵਨ 'ਚ ਆਨੰਦ ਉਦੋਂ ਹੀ ਆਣਾ ਹੈ ਜਦੋਂ ਤੂੰ ਉਹ ਟਾਈਮ ਕੱਢੇਗਾ ਜਦੋਂ ਮੈਂ ਆਨੰਦ ਦੇ ਦਾਤੇ ਨਾਲ ਜੁੜ ਸਕਾਂ। ਇਸ ਲਈ ਜੇ ਜੀਵਨ 'ਚ ਅਸੀਂ ਖੁਸ਼ੀ ਚਾਹੁੰਦੇ ਹਾਂ, ਜਰਾ ਹੁਣ ਗੌਰ ਕਰਨਾ ਕਿ ਤੁਸੀਂ ਜੀਵਨ 'ਚ ਚਾਹੁੰਦੇ ਕੀ ਹੈ। ਪਹਿਲਾਂ ਤਾਂ ਇਹ ਗੱਲ ਥੋੜਾ ਜਿਹਾ ਪੁੱਛ ਲਈਏ ਤੁਹਾਨੂੰ, ਕਿਉਂਕਿ ਜੇ ਤਾਂ ਤੁਸੀਂ ਕੱਪੜਾ ਹੀ ਚਾਹੁੰਦੇ ਹੋ ਕਿ ਬਸ ਮੈਨੂੰ ਕੱਪੜਾ ਹੀ ਚਾਹੀਦਾ ਹੈ, ਫਿਰ ਚਾਹੇ ਮੈਂ ਦੁਖੀ ਰਵਾਂ, ਰੋਂਦਾ ਰਵਾਂ, ਪਿੱਟਦਾ ਰਵਾਂ, ਬਸ ਕੀਮਤੀ ਕੱਪੜਾ ਮਿਲ ਜਾਵੇ, ਮੈਨੂੰ ਕੀਮਤੀ ਭੋਜਨ ਚਾਹੀਦਾ ਹੈ, ਫਿਰ ਚਾਹੇ ਮੈਂ ਹਰ ਵੇਲੇ ਹਾਏ ਹਾਏ ਕਰੀ ਜਾਵਾਂ, ਜੇ ਤਾਂ ਇਹੀ ਤੁਹਾਡੀ ਗੋਲ ਹੈ, ਇਹੀ ਮਕਸਦ ਹੈ, ਫਿਰ ਤਾਂ ਠੀਕ ਹੈ ਭਾਈ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਜੀਵਨ 'ਚ ਆਨੰਦ ਹੋਵੇ, ਖੁਸ਼ੀ ਹੋਵੇ, ਜੀਵਨ 'ਚ ਇੱਕ ਮਜ਼ਾ ਹੋਵੇ ਜ਼ਿੰਦਗੀ ਜੀਣ ਦਾ, ਕਿ ਹਰ ਵੇਲੇ ਮੈਂ ਜਿੱਧਰ ਵੀ ਜਾਵਾਂ, ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਪਰ ਮੇਰੇ ਅੰਦਰ ਇੱਕ ਕਿੱਦਾਂ ਦੀ ਖੁਸ਼ੀ ਹੋਵੇ ਕਿ ਬਾਹਰਲੇ ਹਾਲਾਤਾਂ ਦਾ ਮੇਰੇ ਅੰਦਰਲੀ ਖੁਸ਼ੀ ਦੇ ਕੋਈ ਪ੍ਰਭਾਵ ਪਵੇ ਹੀ ਨਾ, ਤਾਂ ਫਿਰ ਸਾਨੂੰ, ਅਗਰ ਉਹ ਚਾਹੁੰਦੇ ਹਾਂ ਅਸੀਂ, ਤਾਂ ਫਿਰ ਸਾਨੂੰ ਉਹਦੇ ਵਾਸਤੇ ਐਕਸਟਰਾ ਕੁਝ ਕਰਨਾ ਪਏਗਾ, ਫਿਰ ਕੁਝ ਮਿਹਨਤ ਵੀ ਕਰਨੀ ਪਏਗੀ। ਸਮਝ ਆ ਰਹੀ ਕਿ ਨਹੀਂ ਸਾਡੀ ਗੱਲ? ਹੁਣ ਉਹਨੂੰ ਹੀ ਗੁਰੂ ਰਹਿਬਰ ਕਹਿੰਦੇ ਕਿ ਸਵੇਰ ਸਵੇਰੇ ਉੱਠ ਕੇ, ਕਿਉਂਕਿ ਇੱਥੇ ਅਸੀਂ ਜਾਂ ਗੁਰੂਆਂ ਰਹਿਬਰਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਵੀ ਮਹਾਤਮਾ ਬੁੱਧ ਦੀ ਤਰ੍ਹਾਂ ਜੰਗਲਾਂ ਚਲੇ ਜਾਓ ਘਰ ਪਰਿਵਾਰ ਨੂੰ ਛੱਡ ਕੇ, ਨਹੀਂ, ਅਸੀਂ ਕੁਝ ਨਹੀਂ ਛੱਡਣਾ, ਬਸ ਅਸੀਂ ਆਪਣੀ ਰੂਟੀਨ ਦੇ ਵਿੱਚ ਮੈਡੀਟੇਸ਼ਨ ਨੂੰ, ਪ੍ਰਭੂ ਦੀ ਬੰਦਗੀ ਨੂੰ, ਸਿਮਰਨ ਨੂੰ ਜਾਂ ਸਤਸੰਗ ਨੂੰ ਸ਼ਾਮਿਲ ਕਰਨਾ ਹੈ। ਸਮਝਦੇ ਹੋ ਕਿ ਨਹੀਂ? ਜਿੱਦਾਂ ਦੱਸਿਆ ਨਾ, ਜਿਹੜਾ ਜੋ ਨੌਜਵਾਨ ਫਿੱਟ ਹੋਣਾ ਚਾਹੁੰਦਾ ਹੈ ਉਹਨੇ ਛੱਡਣਾ ਕੁਝ ਨਹੀਂ, ਬਸ ਉਹਨੇ ਕੁਝ ਚੀਜ਼ ਐਡ ਕਰਨੀ ਹੈ। ਐਡ ਕੀ ਕਰਨੀ ਹੈ ਕਿ ਮੈਂ ਅੱਛੀ ਖੁਰਾਕ ਲੈਣੀ ਹੈ ਤਾਂ ਮੈਂ ਕਸਰਤ ਕਰਨੀ ਹੈ, ਚਾਹੇ ਮੈਂ ਘਰੇ ਉੱਠਕ ਬੈਠਕ ਕਰ ਲਵਾਂ, ਚਾਹੇ ਘਰੇ ਹੀ ਅੱਧਾ ਘੰਟਾ ਯੋਗਾ ਕਰ ਲਵਾਂ ਜਾਂ ਕੋਈ ਐਕਸਰਸਾਈਜ਼ ਕਰ ਲਵਾਂ। ਅਗਰ ਮੈਂ ਫਿਟਨੈਸ ਚਾਹੁੰਦਾ ਤਾਂ ਕੁਝ ਐਡ ਕਰਨਾ ਪੈਣਾ, ਛੱਡਣ ਦੀ ਕੁਝ ਲੋੜ ਨਹੀਂ ਹੈ, ਕੰਮ ਮੈਂ ਉੱਦਾਂ ਹੀ ਕਰਨਾ ਹੈ। ਜੇ ਮੈਂ ਸਵੇਰੇ 6 ਵਜੇ ਉੱਠਦਾ ਹਾਂ ਔਰ ਉੱਠ ਕੇ ਖਾਣਾ ਖੁਣਾ ਖਾ ਕੇ 9 ਵਜੇ ਡਿਊਟੀ ਤੇ ਪਹੁੰਚਦਾ ਹਾਂ, ਤਾਂ ਹੁਣ ਮੈਂ 6 ਦੀ ਜਗ੍ਹਾ 5 ਵਜੇ ਉੱਠਾਂ, 4:30 ਉੱਠਾਂ, ਕਿਉਂਕਿ ਕੁਝ ਨਾ ਕੁਝ ਐਡ ਕਰੂੰਗਾ ਤਾਂ ਫੇਰ ਹੀ ਮੇਰੇ ਜੀਵਨ 'ਚ ਬਦਲਾਅ ਵੀ ਆਏਗਾ। ਹੁਣ ਜੇ ਅਸੀਂ ਖੁਸ਼ੀ ਚਾਹੁੰਦੇ ਹਾਂ, ਜੀਵਨ 'ਚ ਆਨੰਦ ਚਾਹੁੰਦੇ ਹਾਂ, ਤਾਂ ਫਿਰ ਕਵਾਂਗੇ ਕਿ ਆਨੰਦ ਦੁਨੀਆ 'ਚ ਨਹੀਂ ਹੈ, ਆਨੰਦ ਦੁਨੀਆ ਨੂੰ ਬਣਾਉਣ ਵਾਲੇ ਉਹ ਦਾਤੇ ਵਿੱਚ ਹੈ। ਦਾਤਾ ਦੀ ਖਾਤਰ ਬੰਦਾ ਸਭ ਕੁਝ ਕਰੀ ਜਾਂਦਾ ਹੈ, ਪਰ ਜਦ ਤੱਕ ਦਾਤੇ ਨਾਲ ਨਹੀਂ ਜੁੜੇਗਾ ਉਦੋਂ ਤੱਕ ਉਹਦੇ ਜੀਵਨ 'ਚ ਖੁਸ਼ੀ, ਆਨੰਦ, ਸਫਲਤਾ ਆਏਗੀ ਨਹੀਂ। ਇਸ ਲਈ ਅਮੀਰ ਖੁਸਰੋ ਨੇ ਬੜੀ ਪਿਆਰੀ ਗੱਲ ਕਹਿਤੀ कि ना ये सर जरूरी है ना पांव और हाथ जरूरी है, जिंदगी में खुशियों के लिए ऐ मेरे मुर्शद बस एक तेरा, तो कहते तेरा साथ जरूरी है, क्योंकि मुर्शद के साथ नाल की होएगा, जे मुर्शद का साथ मिलेगा तो साडियां बुरियां आदतां छुट जाणगियां, क्योंकि मुर्शद दे नाल चलन नाल फिर इंसान नूं मुर्शद सिखांदा की है। मुर्शद का मतलब की हुंदा है, गुरु का मतलब की हुंदा है? गुरु का मतलब जो ज्ञान देवे, और ज्ञान कादा? ज्ञान ये नहीं कि गीता च की लिखिया, कुरान च की लिखिया, ज्ञान ये कि तू अपनी जिंदगी नू बेस्ट किद्दां बना सकदा है।
ਜ਼ਿੰਦਗੀ ਜੀਣ ਦੀ ਕਲਾ ਕੀ ਹੈ। ਤੂੰ ਨਿਰਾਸ਼ਾ ਤੋਂ ਆਸ਼ਾ ਦੀ ਤਰਫ ਕਿੱਦਾਂ ਆ ਸਕਦਾ ਹੈ, ਕਿਉਂਕਿ ਹਿੰਮਤ ਦੇਣਾ, ਹੌਸਲਾ ਦੇਣਾ, ਸਾਹਸ ਦੇਣਾ ਨਾ, ਇਹੀ ਤਾਂ ਮੁਰਸ਼ਿਦ ਦਾ ਕੰਮ ਹੁੰਦਾ, ਜੋ ਸਾਨੂੰ ਨੈਗੇਟਿਵਿਟੀ ਜੋ ਕੱਢ ਕੇ ਪੋਜ਼ਿਟਿਵਿਟੀ ਦੀ ਤਰਫ ਲੈ ਆਵੇ। ਜਿਹਦਾ ਸ਼੍ਰੀ ਕ੍ਰਿਸ਼ਨ ਨੂੰ ਕਿਸੇ ਨੇ ਪੁੱਛਿਆ ਸੀ ਕਿ ਮਹਾਰਾਜ ਉਹ ਪ੍ਰਮਾਤਮਾ भगवान कितना मिलता है, कितने मिलता है, तो श्री कृष्ण ने बड़ी प्यारी गल कही। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।